गुरबाणी कहै सेवक जन मानੈ, परतख गुरु निस्तारे। सतनाम वाहिगुरु साहिब जी। गौड़ी बैरागण कबीर जी, इक ओंकार सतगुर प्रसाद। गौड़ी तह पावस सिंध धूप नहीं सहिया, तह उत्पत परलो नाही। जीवत मृत ना दुख सुख व्यापै, सुन समाद दो तह नाही। सहज की अकत कथा है निरारी, तुर नहीं चढ़ै जाए ना मुकाती। हल्की लगै ना भारी रहाओ, अर्ध उर्द दो तह नाही। रात दिनस तह नाही, जल नहीं पावक पावन पुन नाही। जल नहीं पावन पावक पुन नाही, सतगुर तहाँ समाही। आगम अगोचर रहै निरंतर, गुर कृपा ते लहिਐ। कहो कबीर बल जाओ गुर अपने, सत संगत मिल रही है। कहो कबीर बल जाओ गुर अपने, सत संगत मिल रही है। वाहिगुरु जी का खालसा, वाहिगुरु जी की फतेह। जुगो जुग अटल चवर तख्त दे मालक, लोक परलोक दे राखे। जाहरा जहूर हाजरा हजूर, सर्ब कला भरपूर। साहिब श्री गुरु ग्रंथ साहिब महाराज जी। साहिब श्री गुरु ग्रंथ साहिब महाराज जी का कोटान कोट शुकराना है कि गुरु ने बड़ी ही रहमत किरपा की है। संगतां नूं ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਕਮਸਤਕ ਕਰਦੇ ਹੋਏ, ਡੰਡੌਤ ਵੰਦਨਾ ਕਰਦੇ ਹੋਏ, ਅਰਦਾਸਾਂ ਬੇਨਤੀਆਂ ਕਰਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 333 ਅੰਗ ਤੇ ਗੌੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਦੇ ਸ਼ਬਦ ਹਨ। ਸ਼ਬਦਾਂ ਦੇ ਵਿੱਚ ਭਗਤ ਕਬੀਰ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿੱਥੇ ਵੀ ਕੋਈ ਭਗਤ ਕਬੀਰ ਜੀ ਨੂੰ ਕੋਈ ਸਵਾਲ ਕਰਦਾ ਸੀ, ਪ੍ਰਸ਼ਨ ਕਰਦਾ ਸੀ, ਉੱਥੇ ਹੀ ਬਾਣੀ ਉਚਾਰ ਕੇ ਸਮਝਾਉਣਾ ਕਰਦੇ ਸਨ। ਜਿਸ ਵੇਲੇ ਭਗਤ ਕਬੀਰ ਸਾਹਿਬ ਜੀ ਦੇ ਗੁਰੂ ਰਾਮਾਨੰਦ ਜੀ ਸਮਾਧੀ ਵਿੱਚ ਲੀਨ ਹੋਏ, ਸਮਾ ਗਏ, ਤਾਂ ਉਸ ਵੇਲੇ ਕਾਂਸੀ ਦੇ ਲੋਕਾਂ ਨੇ ਭਗਤ ਕਬੀਰ ਜੀ ਨੂੰ ਪੁੱਛਿਆ ਕਿ ਭਗਤ ਕਬੀਰ ਜੀ, ਤੁਹਾਡੇ ਗੁਰੂ ਰਾਮਾਨੰਦ ਜੀ ਦਾ ਨਿਵਾਸ ਕਿੱਥੇ ਹੋਇਆ ਹੈ? ਜਾਂ ਕਹੋ ਕਿ ਜਦੋਂ ਪੰਜ ਕੋਸੀ ਤੋਂ ਆਉਂਦੇ ਹੋਏ ਭਗਤ ਕਬੀਰ ਜੀ ਨੂੰ 106 ਸਾਲ ਦੀ ਉਮਰ ਵਿੱਚ ਕਾਂਸੀ ਤੋਂ ਬਾਹਰ ਸ੍ਰੀ ਗੁਰੂ ਨਾਨਕ ਦੇਵ ਜੀ ਮਿਲੇ ਸਨ, ਤਾਂ ਬਾਅਦ ਵਿੱਚ ਭਗਤ ਜੀ ਦੇ ਚੇਲਿਆਂ ਨੇ ਪੁੱਛਿਆ ਭਗਤ ਕਬੀਰ ਜੀ ਨੂੰ ਕਿ ਭਗਤ ਕਬੀਰ ਜੀ ਨੂੰ ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਕਿਸ ਅਵਸਥਾ ਵਿੱਚ ਰਹਿੰਦੇ ਹਨ? ਤਾਂ ਉਸ ਵੇਲੇ ਭਗਤ ਕਬੀਰ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਸਰੂਪ ਬਾਬਤ ਕਥਨ ਕਰਦੇ ਹਨ। ਸਮਝਾ ਰਹੇ ਹਨ ਬਾਣੀ ਦੁਆਰਾ, ਤਹਿ ਪਾਵਸ ਸਿੰਧ ਧੂਪ ਨਹੀਂ ਸਹੀਆ, ਕਿ हे ਭਾਈ
ਉਥੇ ਭਾਦੋਂ ਦੀ ਪਾਵਸ ਬਰਖਾ ਰੁੱਤ ਆਦਿਕ 6 ਰੁੱਤਾਂ ਸਿੰਧ 7 ਸਮੁੰਦਰ ਧੁੱਪ ਅਤੇ ਸ਼ਹੀਆ ਛਾਂ ਆਦਿਕ ਕੁਝ ਵੀ ਨਹੀਂ ਹੈ। ਕਿ ਉਥੇ ਸ੍ਰਿਸ਼ਟੀ ਦੀ ਉਤਪਤ ਪੈਦਾਇਸ਼ ਅਤੇ ਪਰਲੋਂ ਆਦਿਕ ਵੀ ਨਹੀਂ ਹੈ, ਜਿੱਥੇ ਪਰਮੇਸ਼ਰ ਕੋਲ ਗੁਰੂ ਜੀ ਚਲੇ ਗਏ ਹਨ। ਜਿਸ ਅਵਸਥਾ ਵਿੱਚ ਮੇਰੇ ਗੁਰੂ ਸਾਹਿਬ ਜੀ ਵਿਰਾਜੇ ਹਨ ਗਏ ਹਨ, ਸਤਿਗੁਰੂ ਨੂੰ ਮੋਹ ਰੂਪੀ ਬੱਦਲ ਪਦਾਰਥਾਂ ਰੂਪੀ ਪਾਵਸ ਵਰਖਾ ਵੀ ਨਹੀਂ ਕਰਦੇ। ਸਿੰਧ ਸੰਸਾਰ ਸਮੁੰਦਰ ਤੋਂ ਨਿਆਰੇ ਹਨ। ਕਿਸੇ ਨੂੰ ਸ਼ਰਾਬ ਦੇਣ ਰੂਪੀ ਧੁੱਪ ਵੀ ਨਹੀਂ ਕੱਢਦੇ। ਤਮੋ ਗੁਣੀ ਅਗਿਆਨ ਰੂਪੀ ਸੂਰਜ ਵਿੱਚੋਂ ਤ੍ਰਿਸ਼ਨਾ ਰੂਪੀ ਧੁੱਪ ਅਤੇ ਰਾਗ ਦਵੈਤ ਰੂਪ ਕਿਰਨਾਂ ਆਦਿਕ ਵੀ ਨਹੀਂ ਸਨ। ਭਗਤ ਜੀ ਕਹਿਣ ਲੱਗੇ ਕਿ ਪਰੰਤੂ ਉੱਥੇ ਇਹ ਦੋਵੇਂ ਹੀ ਨਹੀਂ ਹਨ, ਜੋ ਧੁੱਪ ਛਾਂ ਅਤੇ ਰੁੱਤਾਂ ਜਿਹੜੀਆਂ ਹਨ ਅਤੇ ਜਾਂ ਭਾਦੋਂ ਦੀ ਪਾਵਸ ਵਰਖਾ ਹੁੰਦੀ ਹੈ, ਉਹ ਉੱਥੇ ਇਹ ਕੁਝ ਵੀ ਨਹੀਂ ਜਿੱਥੇ ਸਤਿਗੁਰੂ ਜੀ ਬਿਰਾਜਮਾਨ ਹਨ। ਅੱਗੇ ਕਹਿਣ ਲੱਗੇ ਜੀਵਤ ਮਿਰਤ ਨਾ ਦੁੱਖ ਸੁਖ ਵਿਆਪੈ ਸੁਨ ਸਮਾਧ ਦੋ ਤਹਿ ਨਾਹੀ। ਕਿ ਜੀਵਤ ਜਿਉਂਦੇ ਤੇ ਮਿਰਤ ਮਰਨਾ ਅਤੇ ਦੁੱਖ ਕਸ਼ਟ ਸੁਖ ਆਨੰਦ ਵੀ ਉੱਥੇ ਨਹੀਂ ਵਿਆਪਦਾ। ਸੁੰਨ ਸਮਾਧ ਦੋ ਤਹਿ ਨਾਹੀ। ਕਿ ਉੱਥੇ ਸੁੰਨ ਸਮਾਧ ਨਿਰਵਿਕਲਪ ਸਮਾਧੀ ਅਤੇ ਸਾਵ ਕਲਸ ਸਮਾਧੀ 10ਵੇਂ ਦੁਆਰ ਵਿੱਚ ਬਿਰਤੀ ਚੜ੍ਹਾ ਕੇ ਸਮਾਧੀ ਲਾ ਲਈ ਹੈ। ਜਾਂ ਕਿ ਖਾਲੀ ਜਿਹਾ ਹੋਣਾ, ਇਹ ਦੋਵੇਂ ਦੁੰਦਵਾਦ ਉੱਥੇ ਨਹੀਂ ਹਨ। ਸਹਿਜ ਕੀ ਅਕਤ ਕਥਾ ਹੈ ਨਿਰਾਰੀ। ਇਸ ਤਰ੍ਹਾਂ ਸਤਿਗੁਰਾਂ ਦੇ ਸਹਿਜ ਗਿਆਨ ਸਰੂਪ ਦੀ ਅਕਥ ਕਥਨ ਤੋਂ ਰਹਿਤ ਕਥਾ ਨਿਰਾਰੀ ਨਿਰਾਲੀ ਹੈ। ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲੱਗੈ ਨਾ ਭਾਰੀ। ਇਹ ਧੁੱਪ ਰੂਪ ਤੁਲ ਤਰਾਜੂ ਤੇ ਚੜ੍ਹਾਈ ਨਹੀਂ ਜਾ ਸਕਦੀ ਅਤੇ ਨਾ ਹੀ ਕਿਤੇ ਜਾਂਦੀ ਹੈ ਅਤੇ ਨਾ ਹੀ ਮੁਕਾਤੀ ਮੁੱਕਦੀ ਹੈ। ਅਤੇ ਅਨ ਅਧਿਕਾਰੀਆਂ ਨੂੰ ਹੌਲੀ ਨਹੀਂ ਲੱਗਦੀ, ਕਿਉਂਕਿ ਉਹਨਾਂ ਦੇ ਮਨ ਉਹਨਾਂ ਦੇ ਫੁਰਨਿਆਂ ਵਿੱਚ ਹੀ ਦੌੜੇ ਰਹਿੰਦੇ ਹਨ। ਇਸ ਕਰਕੇ ਸਮਝ ਨਹੀਂ ਸਕਦੇ ਕਿ ਅਧਿਕਾਰੀ ਪੁਰਖਾਂ ਨੂੰ ਭਾਰੀ ਨਹੀਂ ਲੱਗਦੀ, ਕਿਉਂਕਿ ਉਹਨਾਂ ਦਾ ਜੀਵਨ ਬਣ ਜਾਂਦੀ ਹੈ। ਇਸ ਕਰਕੇ ਦੁੰਦਵਾਦ ਤੋਂ ਰਹਿਤ ਹੈ ਰਹਾਉ। ਅੱਗੇ ਭਗਤ ਜੀ ਕਹਿਣ ਲੱਗੇ ਅਰਧ ਉਰਧ ਦੋ ਤਹਿ ਨਾਹੀ। ਕਿ ਅਰਧ ਜੀਵ ਉਰਧ ਈਸ਼ਵਰ ਆਦਿਕ ਦੋਵੇਂ ਹੀ ਉੱਥੇ ਨਹੀਂ ਹਨ। ਜਿਹੜਾ ਅਰਧ ਹੇਠਾਂ ਨੂੰ ਸਾਹ ਲੈਂਦਾ ਆਉਂਦਾ ਹੈ ਅਤੇ ਉਰਧ ਬਾਹਰ ਨੂੰ ਸਾਹ ਜਾਂਦਾ ਹੈ, ਇਹ ਯੋਗਾ ਅਭਿਆਸ ਦੁਆਰਾ ਪ੍ਰਾਣਾਂ ਨੂੰ ਚੜ੍ਹਾਉਣਾ ਉਤਾਰਨਾ ਆਦਿਕ ਕੋਈ ਵੀ ਉੱਥੇ ਨਹੀਂ ਹੈ। ਜਿੱਥੇ ਮੇਰਾ ਗੁਰੂ ਇਸਤਤ ਹੋ ਰਿਹਾ ਹੈ, ਬਿਰਾਜਮਾਨ ਹੋ ਰਿਹਾ ਹੈ, ਨਾ ਹੀ ਉੱਥੇ ਰਾਤ ਰਾਤੀ ਦਿਨ ਸਤਹਿ ਨਾਹੀ। ਨਾ ਹੀ ਉੱਥੇ ਰਾਤ ਰਾਤੀ ਹੈ ਅਤੇ ਨਾ ਹੀ ਦਿਨਸ ਦਿਨ ਹੈ। ਨਾ ਹੀ ਉੱਥੇ ਗਿਆਨਵਾਨ ਹੈ ਅਤੇ ਨਾ ਹੀ ਅਵਿਦਿਆ ਰੂਪੀ ਰਾਤ ਵਾਲੇ ਜੀਵ ਉੱਥੇ ਹਨ। ਇਹ ਦੁੰਦਵਾਦ ਤੋਂ ਰਹਿਤ ਹਨ। ਜਲ ਨਹੀਂ ਪਾਵਨ ਪਾਵਕ ਫੁਨ ਨਾਹੀ। ਨਾ ਹੀ ਉੱਥੇ ਜਲ ਪਾਣੀ ਹੈ, ਨਾ ਹੀ ਪਵਨ ਹਵਾ ਹੈ, ਕਿ ਨਾ ਹੀ ਉੱਥੇ ਅੱਗ ਹੈ। ਸਤਿਗੁਰੂ ਗੁਰੂ ਸਾਹਿਬ ਜੀ ਉੱਥੇ ਸਮਾਏ ਹੁੰਦੇ ਹਨ। ਜੈਸਾ ਸਤਿਗੁਰਾਂ ਦਾ ਸਰੂਪ ਹੈ, ਸਤਿਗੁਰ ਤਹਾਂ ਸਮਾਈ। ਉਹ ਸਤਿਗੁਰੂ ਜੀ ਉੱਥੇ ਸਮਾਏ ਹੋਏ ਹਨ, ਅਭੇਦ ਹੋਏ ਹਨ। ਆਗਮ ਅਗੋਚਰ ਰਹਿ ਨਿਰੰਤਰ, ਗੁਰ ਕਿਰਪਾ ਤੇ ਲਹੀਐ। ਜੋ ਆਗਮ ਮਨ ਦੀ ਹੰਗਤਾ ਤੋਂ ਪਰੇ ਤੇ ਅਗੋਚਰ ਇੰਦਰੀਆਂ ਦੀ ਪਾਕੜ ਤੋਂ ਪਰੇ ਨਿਰੰਤਰ ਇੱਕ ਰਸ ਰਹਿੰਦਾ ਹੈ, ਐਸਾ ਸਰੂਪ ਗੁਰੂ ਜੀ ਉੱਥੇ ਬਖਸ਼ਦੇ ਹਨ। ਅਤੇ ਸਤਿਗੁਰਾਂ ਦੀ ਕਿਰਪਾ ਦਇਆ ਦ੍ਰਿਸ਼ਟੀ ਤੋਂ ਹੀ
ਇਸ ਸਰੂਪ ਨੂੰ ਜਾਣ ਸਕੀਂਦਾ ਹੈ। ਕਹੋ ਕਬੀਰ ਬਲ ਜਾਓ ਗੁਰ ਆਪਣੇ, ਸਤ ਸੰਗਤ ਮਿਲ ਰਹੀ ਹੈ। ਭਗਤ ਜੀ ਕਥਨ ਕਰਦੇ ਹਨ ਕਿ ਮੈਂ ਆਪਣੇ ਗੁਰੂ ਰਾਮਾਨੰਦ ਜੀ, ਗੁਰੂ ਨਾਨਕ ਦੇਵ ਜੀ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਉਹਨਾਂ ਦੀ ਸਤ ਸੰਗਤ ਵਿੱਚ ਹੀ ਮਿਲ ਰਹੀਏ ਰਹਿਣਾ ਚਾਹੀਦਾ ਹੈ। ਗੌੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਸਮਝਾ ਰਹੇ ਹਨ। ਸਮਝਣ ਵਾਸਤੇ ਛੋਟੇ ਛੋਟੇ ਅਲੰਕਾਰ ਦਿੱਤੇ ਹੋਏ ਹਨ। ਗੌੜੀ ਦੇ ਥੱਲੇ ਛੋਟੇ ਜਿਹੇ ਅੰਕਾਂ ਵਿੱਚ ਦੂਆ ਲਿਖਿਆ ਹੋਇਆ ਹੈ। ਇਸ ਦਾ ਭਾਵ ਹੈ ਕਿ 2 ਸ਼ਬਦ ਆਉਣੇ ਹਨ ਭਗਤ ਕਬੀਰ ਜੀ ਦੇ ਇੱਥੇ ਗੌੜੀ ਦੇ ਅੰਦਰ। ਭਗਤ ਕਬੀਰ ਸਾਹਿਬ ਜੀ ਕੋਲ ਇੱਕ ਵਪਾਰੀ ਆਇਆ। ਭਗਤ ਕਬੀਰ ਜੀ ਕੋਲ ਇੱਕ ਵਪਾਰੀ ਆਇਆ ਤੇ ਭਗਤ ਜੀ ਪਾਸ ਸੰਗਤਾਂ ਦਾ ਇਕੱਠ ਵੇਖ ਕੇ, ਲੰਗਰ ਚੱਲਦਾ ਵੇਖ ਕੇ ਵਪਾਰੀ ਕਹਿਣ ਲੱਗਿਆ, ਭਗਤ ਜੀ ਕੀ ਕਬੀਰ ਜੀ ਇੱਥੇ ਲੰਗਰ ਉੱਪਰ ਤਾਂ ਬਹੁਤ ਖਰਚ ਆ ਜਾਂਦਾ ਹੋਵੇਗਾ। ਭਗਤ ਕਬੀਰ ਜੀ ਕੋਲ ਇੱਕ ਵਪਾਰੀ ਆਇਆ। ਵਪਾਰੀ ਭਗਤ ਜੀ ਦੇ ਪਾਸ ਆ ਕੇ ਦੇਖਣ ਲੱਗਿਆ ਕਿ ਸੰਗਤਾਂ ਦਾ ਇਕੱਠ ਹੈ। ਇਕੱਠ ਵੇਖ ਕੇ, ਲੰਗਰ ਚੱਲਦਾ ਵੇਖ ਕੇ ਭਗਤ ਜੀ ਨੂੰ ਕਹਿਣ ਲੱਗਿਆ ਕਿ ਕਬੀਰ ਜੀ ਇੱਥੇ ਲੰਗਰ ਉੱਪਰ ਤਾਂ ਬਹੁਤ ਖਰਚ ਆ ਜਾਂਦਾ ਹੋਵੇਗਾ, ਤੁਸੀਂ ਕਿਰਪਾ ਕਰੋ ਕਿ ਮੈਂ ਬਲਦਾਂ ਦੇ ਵਪਾਰ ਕਰਨ ਵਾਲਾ ਹਾਂ, ਜੇਕਰ ਤੁਸੀਂ ਆਗਿਆ ਕਰ ਦੇਵੋ ਤਾਂ ਮੈਂ ਤੁਹਾਡੇ ਨਾਮ ਦਾ ਇੱਕ ਬਲਦ ਖਰੀਦ ਲੈਂਦਾ ਹਾਂ, ਜਿੱਥੋਂ ਬਲਦ ਖਰੀਦ ਕੇ ਲਿਆਉਂਦਾ ਹਾਂ। ਇਸ ਦਾ ਜਿਹੜਾ ਵਪਾਰ ਕਰਕੇ ਆਇਆ ਕਰਾਂਗਾ ਉਹ ਪੂੰਜੀ ਤੁਹਾਡੇ ਲੰਗਰ ਵਿੱਚ ਪਾ ਦਿਆ ਕਰਾਂਗਾ, ਜਿਹੜਾ ਇਸ ਦਾ ਨਫਾ ਹੋਇਆ ਕਰੇਗਾ, ਜਿਸ ਨਾਲ ਤੁਹਾਡਾ ਲੰਗਰ ਬਹੁਤ ਸੋਹਣਾ ਚੱਲਦਾ ਰਹੇਗਾ। ਉਸ ਦੀ ਗੱਲ ਸੁਣ ਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਭਾਈ ਅਸੀਂ ਤਾਂ ਪਹਿਲਾਂ ਹੀ ਵਪਾਰ ਕਰਨ ਲਈ ਬਲਦ ਖਰੀਦੇ ਹੋਏ ਹਨ। ਅਸੀਂ ਤਾਂ ਇਹੋ ਜਿਹਾ ਵਣਜ ਕਰਦੇ ਹਾਂ, ਵਪਾਰ ਕਰਦੇ ਹਾਂ। ਇਉਂ ਅੰਤਰੀਵ ਭਾਵ ਉਪਦੇਸ਼ ਦਿੰਦਿਆਂ ਪਾਵਨ ਸ਼ਬਦ ਉਚਾਰਨ ਕਰਦੇ ਹਨ ਭਗਤ ਜੀ ਕਿ ਅਸੀਂ ਪਹਿਲਾਂ ਹੀ ਇਹ ਬਲਦ ਖਰੀਦੇ ਹੋਏ ਹਨ। ਉਹ ਕਿਹੜੇ ਹਨ? ਭਗਤ ਜੀ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਪਾਪ ਪੁੰਨ ਦੋਏ ਬੈਲ ਵਿਸਾਹੇ। ਕਹਿਣ ਲੱਗੇ ਹੈ ਭਾਈ, ਜਿਹੜੇ ਪਾਪ ਦੁਸ਼ਟ ਕਰਮ ਤੇ ਪੁੰਨ ਚੰਗਾ ਕਰਮ ਕਰਨੇ ਹਨ, ਇਹਨਾਂ ਦੋਵਾਂ ਕਰਕੇ ਸਾਰਿਆਂ ਜੀਵਾਂ ਨੇ ਸਰੀਰਾਂ ਰੂਪੀ ਬੈਲ, ਸਰੀਰਾਂ ਰੂਪੀ ਬਲਦ ਵਿਸਾਹੇ ਖਰੀਦੇ ਹੋਏ ਹਨ। ਪਾਪ ਪੁੰਨ ਦੋਏ ਬੈਲ ਵਿਸਾਹੇ ਕਿ ਇਹ ਭਾਈ ਜਿਹੜੇ ਪਾਪ ਦੁਸ਼ਟ ਕਰਮ ਤੇ ਪੁੰਨ ਚੰਗਾ ਕਰਮ ਕਰਨੇ ਹਨ, ਇਹਨਾਂ ਦੋਵਾਂ ਕਰਕੇ ਸਾਰਿਆਂ ਜੀਵਾਂ ਨੇ ਸਰੀਰਾਂ ਰੂਪੀ ਬੈਲ ਬਲਦ ਖਰੀਦੇ ਹੋਏ ਹਨ। ਭਾਵ ਪਾਪਾਂ ਪੁੰਨਾਂ ਕਰਕੇ ਹੀ ਜੂਨਾਂ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਪੁੰਨ ਥੋੜ੍ਹੇ ਤੇ ਪਾਪ ਜ਼ਿਆਦਾ ਹਨ ਤਾਂ ਪਸ਼ੂਆਂ ਆਦਿਕ ਦੀਆਂ ਜੂਨਾਂ ਵਿੱਚ ਜੀਵ ਜਾਂਦੇ ਹਨ। ਜੇਕਰ ਪੁੰਨ ਜ਼ਿਆਦਾ ਤੇ ਪਾਪ ਥੋੜ੍ਹੇ ਹਨ ਤਾਂ ਜੀਵ ਦੇਵ ਦੇਹੀ ਨੂੰ ਪ੍ਰਾਪਤ ਹੁੰਦੇ ਹਨ। ਜੇਕਰ ਪਾਪ ਅਤੇ ਪੁੰਨ ਦੋਵੇਂ ਸਿਮਰਤ ਹਨ, ਬਰੋਬਰ ਹਨ, ਇੱਕੋ ਜਿਹੇ ਹਨ, ਤਾਂ ਮਨੁੱਖਾ ਸਰੀਰ ਪ੍ਰਾਪਤ ਹੁੰਦਾ ਹੈ ਅਤੇ ਸ਼ੁਭ ਅਸ਼ੁਭ ਪਦਾਰਥਾਂ ਨੂੰ ਖਰੀਦਣ ਵਾਸਤੇ ਪਾਵਨ ਪੂੰਜੀ ਪ੍ਰਗਾਸਿਓ ਕਿ ਪਾਵਨ ਸਵਾਸਾ ਰੂਪੀ ਪੂੰਜੀ ਰਾਸ਼ੀ ਸਾਰਿਆਂ ਨੇ ਪ੍ਰਗਾਸਿਓ ਪ੍ਰਗਟ ਹੀ ਹੈ ਕਿ ਸਰੀਰਾਂ ਨੂੰ ਚਲਾਉਣ ਵਾਲੀ ਸਵਾਸਾ ਰੂਪੀ ਪੂੰਜੀ ਦਾ ਅੰਦਰ ਪ੍ਰਕਾਸ਼ ਹੋ ਰਿਹਾ ਹੈ। ਤ੍ਰਿਸ਼ਨਾ ਗੂਣ ਭਰੀ ਘਟ ਭੀਤਰ। ਤ੍ਰਿਸ਼ਨਾ ਗੂਣ ਭਰੀ ਘਟ ਭੀਤਰ। ਸਾਰਿਆਂ ਜੀਵਾਂ ਨੇ ਘਟ ਸਰੀਰਾਂ ਉੱਪਰ, ਗੂਣ ਹੁੰਦਾ ਬੋਰੀ, ਭੀਤਰ ਹੁੰਦਾ ਵਿੱਚ,
ਤ੍ਰਿਸ਼ਨਾ ਇੱਛਾ ਪਿਆਸਾ ਰੂਪੀ ਵਸਤੂ ਲੱਦੀ ਹੋਈ ਹੈ। ਜੈਸੇ ਕਿ ਬਲਦ ਦੇ ਉੱਪਰ ਦੋ ਬੋਰੀਆਂ ਜੋੜ ਕੇ ਉਸ ਦੀ ਗੂਣ ਬਣਾਈ ਜਾਂਦੀ ਹੈ। ਭਗਤ ਜੀ ਕਹਿਣ ਲੱਗੇ ਤ੍ਰਿਸ਼ਨਾ ਗੂਣ ਭਰੀ ਘਟ ਭੀਤਰ, ਸਾਰਿਆਂ ਜੀਵਾਂ ਨੇ ਸਰੀਰਾਂ ਰੂਪੀ ਬੋਰੀ ਗੂਣ ਭੀਤਰ ਅੰਦਰ ਬੋਰੀ ਦੇ ਵਿੱਚ ਇਹ ਤ੍ਰਿਸ਼ਨਾ ਪਿਆਸਾ ਰੂਪੂ ਵਸਤੂ ਲੱਦੀ ਹੋਈ ਹੈ। ਜਿਹੜਾ ਇਹ ਸਰੀਰ ਹੈ ਇਹ ਇੱਕ ਉਹ ਗੂਣ ਹੈ ਬੋਰੀ ਜਿਸ ਦੇ ਵਿੱਚ ਸਮਾਨ ਲੱਦ ਕੇ ਲਿਜਾਂਦੇ ਹਨ ਕਿ ਇਹ ਸਰੀਰ ਦੇ ਵਿੱਚ ਤ੍ਰਿਸ਼ਨਾ ਇੱਛਾ ਰੂਪੀ ਵਸਤੂ ਲੱਦੀ ਹੋਈ ਹੈ। ਇਨ ਵਿਦ ਟਾਂਡ ਵਿਸਾਹਿਓ ਕਿ ਇਨ ਵਿਦ ਇਸ ਤਰੀਕੇ ਨਾਲ ਸੂਖਮ ਅਸਥੂਲ ਦੇਹਾਂ ਰੂਪੀ ਟਾਂਡ ਬੈਲਾਂ ਬਲਦਾਂ ਦੇ ਸਮੁਦਾਇ ਨੂੰ ਖਰੀਦਿਆ ਹੋਇਆ ਹੈ। ਐਸਾ ਨਾਇਕ ਰਾਮ ਹਮਾਰਾ। ਕਹਿਣ ਲੱਗੇ ਹੈ ਭਾਈ ਅਜਿਹਾ ਨਾਇਕ ਪ੍ਰੇਰਕ ਸਾਡਾ ਪਰਮੇਸ਼ਰ ਹੈ ਜਿਸ ਨੇ ਸਾਗਲ ਸੰਸਾਰ ਕੀਓ ਵਨਜਾਰਾ, ਜਿਸ ਨੇ ਸਾਗਲ ਸਾਰੇ ਸੰਸਾਰ ਜਗਤ ਨੂੰ ਵਣਜਾਰਾ ਵਪਾਰ ਕਰਨ ਵਾਲਾ ਕਰ ਦਿੱਤਾ ਹੈ। ਉਹ ਸਾਡਾ ਪਰਮੇਸ਼ਰ ਐਸਾ ਹੈ ਕਿ ਜਿਸ ਨੇ ਸਾਰੇ ਜਗਤ ਨੂੰ ਸੰਸਾਰ ਨੂੰ ਵਣਜਾਰਾ ਵਪਾਰ ਕਰਨ ਵਾਲਾ ਕਰ ਦਿੱਤਾ ਹੈ। ਰਹਾਉ ਵਿਸਰਾਮ ਦੇ ਕੇ ਭਗਤ ਜੀ ਕਹਿਣ ਲੱਗੇ ਕਾਮ ਕ੍ਰੋਧ ਦੋਏ ਭਏ ਜਗਾਤੀ ਮਨ ਤਰੰਗ ਬਟਵਾਰਾ। ਜੋ ਜੀਵਾਂ ਨੇ ਵਿਦ ਨਖੇਦ ਸਕਾਮ ਕਰਮ ਕੀਤੇ ਹਨ ਉਹਨਾਂ ਦੀ ਮਸੂਲੀ ਲੈਣ ਲਈ ਕਾਮ ਵਿਕਾਰ ਦ੍ਰਿਸ਼ਟੀ ਤੇ ਕ੍ਰੋਧ ਗੁੱਸਾ ਦੋਵੇਂ ਜਗਾਤੀ ਮਸੂਲੀਏ ਹੋਏ ਹਨ। ਇਸ ਸਰੀਰ ਦੇ ਕਾਮ ਕ੍ਰੋਧ ਦੋਏ ਭਏ ਜਗਾਤੀ ਕਿ ਜੋ ਜੀਵਾਂ ਨੇ ਵਿਦ ਨਖੇਦ ਕਾਮ ਕਰਮ ਕੀਤੇ ਹਨ ਉਹਨਾਂ ਦੀ ਮਸੂਲੀ ਲੈਣ ਲਈ ਕਿ ਕਾਮ ਵਿਕਾਰ ਦ੍ਰਿਸ਼ਟੀ ਤੇ ਕ੍ਰੋਧ ਗੁੱਸਾ ਦੋਵੇਂ ਮਸੂਲੀਏ ਹੋਏ ਹਨ ਅਤੇ ਮਨ ਤਰੰਗ ਬਟਵਾਰਾ ਅਤੇ ਮਨ ਅੰਤਸ ਕਰਨ ਹਿਰਦੇ ਵਿੱਚ ਜੋ ਅਨੇਕਾਂ ਤਰੰਗ ਫੁਰਨਿਆਂ ਦੀਆਂ ਲਹਿਰਾਂ ਹਨ ਇਹ ਬਟਵਾਰਾ ਰਾਹ ਮਾਰ ਹਨ ਕਿ ਰਾਹ ਮਾਰ ਹਨ। ਇਹ ਪੰਜ ਤਤ ਮਿਲ ਦਾਨ ਨਵੇਰਹੇ ਹੇ ਭਾਈ ਜਿਨ੍ਹਾਂ ਨੇ ਪੰਜ ਸੰਤ ਮਹਾਤਮਾ ਦੇ ਨਾਲ ਮਿਲ ਕਰਕੇ ਤਤ ਸਿਧਾਂਤ ਸਰੂਪ ਨੂੰ ਜਾਣ ਲਿਆ ਹੈ ਉਹਨਾਂ ਨੇ ਟਾਂਡਾ ਉਤਰਿਓ ਪਾਰਾ। ਉਹਨਾਂ ਨੇ ਰਾਜ ਦੰਡ ਲੋਕ ਦੰਡ ਆਦਿਕ ਨੂੰ ਨਵੇੜ ਦਿੱਤਾ ਹੈ ਤੇ ਉਹਨਾਂ ਦਾ ਹੀ ਦੇਹਾਂ ਰੂਪੀ ਟਾਂਡਾ ਦੇਹਾਂ ਰੂਪੀ ਬੈਲਾਂ ਦਾ ਸਮੁਦਾਇ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋਇਆ ਹੈ। ਕਹਿਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਨ ਆਈ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਇਹ ਸੰਤੋ ਸੰਤ ਜਨੋ ਸੁਣਨਾ ਕਰੋ ਇਹ ਇਸ ਹਾਲਤ ਵਿੱਚ ਹੁਣ ਸਾਡੀ ਅਜਿਹੀ ਪ੍ਰੀਤੀ ਬਣ ਆਈ ਹੈ। ਘਾਟੀ ਚੜ੍ਹਤ ਬੈਲ ਇੱਕ ਥਾਕਾ ਚਲੋ ਗੋਨ ਛਿਟਕਾਈ। ਭਗਤ ਜੀ ਕਹਿਣ ਲੱਗੇ ਘਾਟੀ ਚੜ੍ਹਤ ਬੈਲ ਇੱਕ ਥਾਕਾ ਕਿ ਪਰਲੋਕ ਦੀ ਘਾਟੀ ਪਰਲੋਕ ਦੀ ਪਹਾੜੀ ਪਰਲੋਕ ਦਾ ਰਸਤਾ ਚੜ੍ਹਦਿਆਂ ਹੋਇਆਂ ਇਹ ਇੱਕ ਸਰੀਰ ਰੂਪੀ ਬਲਦ ਥੱਕ ਗਿਆ ਹੈ। ਇਸ ਕਰਕੇ ਹੁਣ ਤ੍ਰਿਸ਼ਨਾ ਰੂਪੀ ਗੋਨ ਤ੍ਰਿਸ਼ਨਾ ਰੂਪੀ ਬੋਰੀ ਨੂੰ ਛਿਟਕਾ ਕੇ ਚੱਲਣਾ ਕਰੋ ਤਾਂ ਹੀ ਪਹੁੰਚ ਸਕੋਗੇ। ਇਸ ਦੇ ਅੰਤਰੀਵ ਅਰਥ ਹਨ ਪਾਪ ਪੁੰਨ ਦੋਏ ਬੈਲ ਵਿਸਾਹੇ ਪਾਵਨ ਪੂੰਜੀ ਪਰਗਾਸਿਓ ਕਿ ਪਾਪ ਅਤੇ ਪੁੰਨਾ ਦੋਵਾਂ ਕਰਕੇ ਜੋ ਦੇਹਾਂ ਰੂਪੀ ਬਲਦ ਖਰੀਦੇ ਹਨ ਇਹ ਸਾਰ ਵਿਸਾਹੇ ਸਾਰ ਤੋਂ ਬਿਨਾਂ ਹਨ ਭਾਵ ਝੱਟ ਹੀ ਮ੍ਰਿਤੂ ਹੋ ਜਾਂਦੇ ਹਨ। ਜੀਵਤਾਂ ਹੰਕਾਰ ਰੂਪੀ ਪੂੰਜੀ ਪਾਉਣ ਦੇ ਨਾਲ ਪ੍ਰਕਾਸ਼ ਰਹੇ ਹਨ ਭਾਵ ਬਹੁਤ ਹੀ ਜ਼ਿਆਦਾ ਸਰੀਰਾਂ ਦਾ ਮਾਣ ਕਰਦੇ ਹਨ। ਤ੍ਰਿਸ਼ਨਾ ਗੂਣ ਭਰੀ ਘਟ ਭੀਤਰ ਇਨ ਵਿਦ ਟਾਂਡ ਵਿਸਾਹਿਓ
ਕਿ हे ਭਾਈ ਆਪਣੇ ਹਿਰਦੇ ਵਿੱਚ ਤ੍ਰਿਸ਼ਨਾ ਰੂਪੀ ਬੋਰੀ ਭਰੀ ਹੋਈ ਹੈ। ਇਸ ਤਰੀਕੇ ਨਾਲ ਤੁਸੀਂ ਸਾਹ ਤੋਂ ਬਿਨਾਂ ਹੋ ਜਾਣ ਵਾਲਾ ਸਰੀਰ ਰੂਪ ਬੈਲਾਂ ਦਾ ਸਮੁਦਾਇ ਖਰੀਦਣਾ ਕੀਤਾ ਹੈ। ਐਸਾ ਨਾਇਕ ਰਾਮ ਹਮਾਰਾ, ਅਸੀਂ ਤਾਂ ਆਪਣਾ ਅਜਿਹਾ ਸ਼੍ਰੋਮਣੀ ਪਰਮੇਸ਼ਰ ਨੂੰ ਬਣਾਇਆ ਹੈ ਤੇ ਸਗਲ ਸੰਸਾਰ ਕੀਓ ਬਨਜਾਰਾ, ਸਾਰਾ ਸੰਸਾਰ ਜਗਤ ਉਸ ਪਰਮੇਸ਼ਰ ਦਾ ਵਪਾਰੀ ਕੀਤਾ ਹੋਇਆ ਹੈ। ਰਹਾਉ ਵਿਸ਼ਰਾਮ ਦੇ ਕੇ ਭਗਤ ਜੀ ਕਹਿਣ ਲੱਗੇ ਕਿ ਕਾਮ ਕ੍ਰੋਧ ਦੋਇ ਭਏ ਜਗਾਤੀ ਮਨ ਤਰੰਗ ਬਟਵਾਰਾ। ਜਿਹੜੇ ਕਾਮ ਤੇ ਕ੍ਰੋਧ ਦੋਵਾਂ ਨੇ ਮਸੂਲੀਏ ਹੋ ਗਏ ਹਨ, ਉਹਨਾਂ ਦੇ ਮਨ ਦਾ ਫੁਰਨਾ ਹੀ ਰਾਹ ਮਾਰ ਹੈ। ਭਾਵ ਮਨ ਦੇ ਫੁਰਨੇ ਕਰਕੇ ਰਾਹ ਦੇ ਵਿਕਾਰਾਂ ਵਿੱਚ ਮਾਰੇ ਜਾਂਦੇ ਹਨ। ਪੰਜ ਤਤ ਮਿਲ ਦਾਨ ਨਵੇਰਹਿ, ਟਾਂਡਾ ਉਤਰਿਓ ਪਾਰਾ। ਜਿਹੜੇ ਪੰਜ ਸੰਤ ਮਹਾਤਮਾ ਨਾਮ ਸੰਤ ਮਹਾਤਮਾ ਨਾਲ ਮਿਲ ਕਰਕੇ ਤੱਤਾਂ ਦਾ ਗਿਆਨ ਪਾਉਂਦੇ ਹਨ, ਉਹ ਦਾਨ ਲੋਕ ਦੰਡ, ਪਿੱਤਰ ਦੰਡ, ਦੇਵ ਦੰਡ ਆਦਿਕ ਸਾਰਿਆਂ ਦੰਡਾਂ ਨੂੰ ਨਵੇੜ ਲੈਂਦੇ ਹਨ। ਉਹਨਾਂ ਦਾ ਦੇਹਾਂ ਰੂਪੀ ਟਾਂਡਾ ਬੈਲਾਂ ਦਾ ਸਮੁਦਾਇ, ਇਸ ਤੋਂ ਉਹ ਭਾਰ ਉਤਰ ਗਏ ਹਨ, ਭਾਵ ਮੁਕਤ ਹੋ ਗਏ ਹਨ। ਕਹਿਤ ਕਬੀਰ ਸੁਨੋ ਰੇ ਸੰਤੋ, ਅਬ ਐਸੀ ਬਣ ਆਈ। ਭਗਤ ਜੀ ਕਥਨ ਕਰਦੇ ਹਨ ਕਿ ਹੇ ਸੰਤੋ, ਸਾਤ ਚਿੱਤ ਮਹਾਤਮਾ ਜਨੋ, ਇਸ ਵਿਚਾਰ ਦੇ ਤਾਈਂ ਸੁਣ ਲੈਣਾ ਕਰੋ। ਹੁਣ ਤਾਂ ਸਾਡੀ ਅਜਿਹੀ ਬਣ ਆਈ ਹੈ। ਘਾਟੀ ਚੜ੍ਹਤ ਬੈਲ ਇੱਕ ਥਾਕਾ, ਚਲੋ ਗੋਨ ਛਟਕਾਈ। ਕਿ ਗਿਆਨ ਰੂਪੀ ਘਾਟੀ ਤੇ ਚੜ੍ਹਦਿਆਂ ਸਾਡਾ ਇਹ ਸਰੀਰ ਰੂਪੀ ਇੱਕ ਬੈਲ ਬਲਦ ਵਿਸਿਆਂ ਵੱਲੋਂ ਥੱਕ ਗਿਆ ਹੈ। ਹੁਣ ਤਾਂ ਅਸੀਂ ਦੇਹ ਅਭਿਮਾਨ ਰੂਪੀ ਗੋਨ ਬੋਰੀ ਨੂੰ ਛਟਕਾਈ ਸੁੱਟ ਕਰਕੇ ਸੰਤਾਂ ਦੇ ਨਾਲ ਮਿਲ ਕਰਕੇ ਚੱਲੇ ਹਾਂ। ਗੌੜੀ ਪੰਚਪਦਾ ਪੇਵਕੜੈ ਦਿਨ ਚਾਰ ਹੈ, ਸੋਹਰੜੈ ਜਾਣਾ ਅੰਧਾ ਲੋਕ ਨ ਜਾਣਈ। ਮੂਰਖ ਏ ਆਣਾ ਕਹੋ ਡੱਡੀਆ ਬਾਧੈ ਧਨ ਖੜੀ। ਪਾਹੂ ਘਰ ਆਏ ਮੁਕਲਾਊ ਆਏ ਰਹਾਉ। ਉਹ ਜੇ ਦਿਸੈ ਖੂਹੜੀ ਕੌਣ ਲਾਜ ਬੁਹਾਰੀ। ਲਾਜ ਘੜੀ ਸਿਉ ਟੂਟ ਪੜੀ ਊਠ ਚੱਲੀ ਪਨਹਾਰੀ। ਸਹਿਬ ਹੋਏ ਦਿਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ। ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ। ਕਿਰਤ ਕੀ ਬਾਂਧੀ ਸਭ ਫਿਰੈ ਦੇਖੋ ਵਿਚਾਰੀ। ਇਸ ਨੂੰ ਕਿਆ ਕਹੀਐ ਕਿਆ ਕਰੇ ਵਿਚਾਰੀ। ਭਈ ਨਿਰਾਸੀ ਉੱਠ ਚੱਲੀ ਚਿੱਤ ਬੰਧ ਨਾ ਧੀਰਾ। ਹਰ ਕੀ ਚਰਨੀ ਲਾਗ ਰਹੋ ਭਾਜ ਸਾਰਣ ਕਬੀਰਾ। ਭਗਤ ਕਬੀਰ ਜੀ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਇਸ ਪਾਵਨ ਸ਼ਬਦ ਵਿੱਚ ਭਗਤ ਕਬੀਰ ਜੀ ਪਹਿਲਾਂ ਇਸਤਰੀ ਦਾ ਦ੍ਰਿਸ਼ਟਾਂਤ ਦੇ ਕੇ ਜਿਸ ਪ੍ਰਕਾਰ ਇੱਕ ਲੜਕੀ ਦੇ ਮੁਕਲਾਵੇ ਵਾਲੇ ਆਏ ਸਨ ਤੇ ਲੜਕੀ ਦੇ ਪੇਕੇ ਤੋਰਦੇ ਨਹੀਂ ਸਨ, ਉਸ ਸਮੇਂ ਵਿਆਹ ਪਹਿਲਾਂ ਹੋ ਜਾਂਦਾ ਸੀ ਕਿ ਮੁਕਲਾਵਾ ਬਾਅਦ 'ਚ ਲੈ ਕੇ ਜਾਂਦੇ ਸਨ। ਕਿ ਜਿਸ ਪ੍ਰਕਾਰ ਇੱਕ ਲੜਕੀ ਦੇ ਮੁਕਲਾਵੇ ਵਾਲੇ ਆਏ ਤੇ ਲੜਕੀ ਦੇ ਪੇਕੇ ਤੋਰਦੇ ਨਹੀਂ ਸਨ, ਤਾਂ ਉਹ ਸੰਬੰਧੀਆਂ ਨੇ ਭਗਤ ਕਬੀਰ ਜੀ ਦੇ ਪਾਸ ਬੇਨਤੀ ਕੀਤੀ ਕਿ ਮਹਾਰਾਜ, ਅਸੀਂ ਮੁਕਲਾਵਾ ਲੈਣ ਆਏ ਹਾਂ ਤੇ ਇਹ ਲੜਕੀ ਦੇ ਮਾਪੇ ਲੜਕੀ ਨੂੰ ਤੋਰਦੇ ਨਹੀਂ ਹਨ। ਤੁਸੀਂ ਹੀ ਕਿਰਪਾ ਕਰੋ। ਤਾਂ ਕਬੀਰ ਜੀ ਨੇ ਆਪਣੇ ਸੇਵਕ ਨੂੰ ਭੇਜਿਆ ਤੇ ਕਹਿਣ ਲੱਗੇ ਕਿ ਜਾ ਉਸ ਲੜਕੀ ਨੂੰ ਸੱਦ ਕੇ ਲਿਆ, ਸਿੱਖਿਆ ਦੇਣਾ ਕਰੀਏ। ਫਿਰ ਜੀਵ ਨੂੰ ਅੰਤਰੀਵ ਭਾਵ ਦਾ ਦ੍ਰਿਸ਼ਟਾਂਤ ਦੇ ਕੇ ਪਰਲੋਕ ਰੂਪੀ ਪੇਕੇ ਘਰ ਵਿੱਚ ਜਾਣਾ ਦੱਸ ਕੇ ਬੈਰਾਗਮਈ ਸ਼ਬਦ ਉਚਾਰਦੇ ਹਨ। ਭਗਤ ਕਬੀਰ ਜੀ
ਦ੍ਰਿਸ਼ਟਾਂਤ ਦੁਆਰਾ ਸਮਝਾਉਂਦੇ ਹਨ। ਪਹਿਲਾਂ ਕਹਿਣ ਲੱਗੇ, ਪੇਬ ਘੜੈ ਦਿਨ ਚਾਰ ਹੈ, ਸੋ ਹਰੜੈ ਜਾਣਾ, ਅੰਧਾ ਲੋਕ ਨ ਜਾਣਈ, ਮੂਰਖ ਇਹ ਆਣਾ। ਕਿ ਦ੍ਰਿਸ਼ਟਾਂਤ ਪ੍ਰਕਾਰ ਇੱਕ ਲੜਕੀ ਦਾ ਪੇਬਕੜਾ ਪੇਕੇ ਘਰ ਵਿੱਚ ਰਹਿਣਾ 4 ਕੁ ਦਿਨਾਂ ਦਾ ਹੁੰਦਾ ਹੈ। ਪੇਬਕੜਾ ਦਿਨ 4 ਹੈ ਕਿ ਜਿਸ ਪ੍ਰਕਾਰ ਇੱਕ ਲੜਕੀ ਦਾ ਪੇਬਕੜਾ ਪੇਕੇ ਘਰ ਵਿੱਚ ਰਹਿਣਾ 4 ਕੁ ਦਿਨਾਂ ਦਾ ਹੁੰਦਾ ਹੈ, ਅਖੀਰ ਨੂੰ ਸਾਰੀਆਂ ਨੇ ਸਹੁਰੜੇ ਜਾਣਾ, ਸਹੁਰੜੇ ਸਹੁਰੇ ਘਰ ਹੀ ਜਾਣਾ ਹੁੰਦਾ ਹੈ। ਪਰੰਤੂ ਅੰਧਾ ਲੋਕ ਨਾ ਜਾਣਈ, ਪਰੰਤੂ ਅੰਧਾ ਅਗਿਆਨੀ ਜਗਤ ਵਿੱਚ ਇਹ ਗੱਲ ਨੂੰ ਨਹੀਂ ਜਾਣਦਾ ਹੈ। ਐਵੇਂ ਬੇਅਰਥ ਹੀ ਉਸ ਨਾਲ ਮੋਹ ਕਰਦਾ ਹੈ, ਜਿਸ ਕਰਕੇ ਜੀਵ ਸ਼ਾਸਤਰ ਗਿਆਨ ਵੱਲੋਂ ਮੂਰਖ ਇਆਣਾ, ਮੂਰਖ ਬੇਸਮਝ ਤੇ ਇਆਣਾ ਬੇਗਿਆਤ ਹੋ ਰਿਹਾ ਹੈ। ਤਾਂ ਸੇਵਕ ਕਹਿਣ ਲੱਗਿਆ ਕਿ ਮਹਾਰਾਜ ਉਹ ਲੜਕੀ ਕਿਹੜੀ ਹੈ ਜਿਸ ਨੂੰ ਬੁਲਾ ਕੇ ਲਿਆਉਣਾ ਹੈ। ਤਾਂ ਭਗਤ ਜੀ ਕਹਿਣ ਲੱਗੇ, ਕਹੋ ਡੱਡੀਆ ਬਾਂਧੈ ਧਨ ਖੜੀ, ਪਾਹੂ ਘਰ ਆਏ ਮੁਕਲਾਊ ਆਏ। ਭਗਤ ਜੀ ਕਥਨ ਕਰਦੇ ਹਨ ਕਿ ਉਹ ਜਿਹੜੀ ਧਨ ਇਸਤਰੀ ਡੱਡੀਆ ਪੋਸ਼ਾਕ ਸਾੜੀ ਬੰਨੀ ਖਲੋਤੀ ਹੈ, ਉਸ ਦੇ ਘਰ ਵਿੱਚ ਪਾਹੂ ਪ੍ਰਾਹੁਣੇ ਵੀ ਆ ਗਏ ਹਨ। ਉਹ ਪ੍ਰਾਹੁਣੇ ਕਿਸ ਤਰ੍ਹਾਂ ਆਏ ਹਨ? ਪਾਹੂ ਘਰ ਆਏ ਮੁਕਲਾਊ ਆਏ, ਕਿ ਉਹ ਮੁਕਲਾਊ ਮੁਕਲਾਵਾ ਲੈਣ ਵਾਲੇ ਆ ਗਏ ਹਨ। ਰਹਾਉ ਕਿ ਭਗਤ ਜੀ ਨੇ ਉਸ ਸੇਵਕ ਨੂੰ ਕਿਹਾ ਕਿ ਕਹੋ ਡੱਡੀਆ ਬਾਧੈ ਧਨ ਖੜੀ, ਪਾਹੂ ਘਰ ਆਏ ਮੁਕਲਾਊ ਆਏ। ਭਗਤ ਜੀ ਕਥਨ ਕਰਦੇ ਹਨ ਆਪਣੇ ਸੇਵਕ ਨੂੰ ਕਿ ਉਹ ਜਿਹੜੀ ਇਸਤਰੀ ਪੋਸ਼ਾਕ ਸਾੜੀ ਬੰਨੀ ਖਲੋਤੀ ਹੈ, ਉਸ ਦੇ ਘਰ ਵਿੱਚ ਪ੍ਰਾਹੁਣੇ ਵੀ ਆ ਗਏ ਹਨ। ਉਹ ਪ੍ਰਾਹੁਣੇ ਕਿਸ ਤਰ੍ਹਾਂ ਆਏ ਹਨ? ਉਹ ਮੁਕਲਾਊ ਮੁਕਲਾਵਾ ਲੈਣ ਵਾਲੇ ਆ ਗਏ ਹਨ। ਰਹਾਉ ਉਹ ਸੇਵਕ ਫਿਰ ਵਾਪਸ ਆ ਗਿਆ ਤੇ ਕਹਿਣ ਲੱਗਿਆ ਕਿ ਭਗਤ ਜੀ ਮੈਨੂੰ ਸਮਝ ਨਹੀਂ ਆਈ। ਤਾਂ ਕਿ ਉੱਥੇ ਸਾੜੀਆਂ ਵਾਲੀਆਂ ਤਾਂ ਬਹੁਤ ਲੜਕੀਆਂ ਸਨ, ਮੈਨੂੰ ਪਤਾ ਨਹੀਂ ਲੱਗਿਆ ਕਿਸ ਨੂੰ ਸੱਦ ਕੇ ਲਿਆਉਣਾ ਸੀ। ਫਿਰ ਭਗਤ ਜੀ ਉਂਗਲ ਨਿਰਦੇਸ਼ ਅਨੁਸਾਰ ਕਥਨ ਕਰਦੇ ਹਨ ਕਿ ਕਹਿਣ ਲੱਗੇ, ਉਹ ਜੇ ਦਿਸੈ ਖੂਹੜੀ, ਕੌਣ ਲਾਜ ਬਹਾਰੀ। ਭਗਤ ਜੀ ਕਹਿਣ ਲੱਗੇ, ਉਂਗਲ ਦਾ ਨਿਸ਼ਾਨਾ ਕਰਕੇ ਤੇ ਖੂਹ 'ਤੇ ਲੜਕੀਆਂ ਆਈਆਂ ਸਨ ਪਾਣੀ ਲੈਣ, ਕਿ ਉਹ ਜਿਹੜੀ ਖੂਹੜੀ ਖੂਹੀ ਉੱਪਰ ਖੜੀ ਦਿਸ ਰਹੀ ਹੈ। ਸੇਵਕ ਕਹਿਣ ਲੱਗਿਆ, ਭਗਤ ਜੀ ਉੱਥੇ ਤਾਂ ਬਹੁਤ ਇਸਤਰੀਆਂ ਹਨ, ਤੁਸੀਂ ਫਿਰ ਦੱਸੋ ਕੌਣ ਕਿਹੜੀ ਹੈ? ਤਾਂ ਕਹਿੰਦੇ, ਕੌਣ ਲਾਜ ਬਹਾਰੀ। ਕਹਿੰਦੇ ਜਿਹੜੀ ਲਾਜ ਲੱਜ ਰੱਸੀ ਨੂੰ ਲਾਸ ਨੂੰ ਵਗਾ ਰਹੀ ਹੈ। ਇਤਨੇ ਚਿਰ ਨੂੰ ਉਸ ਨੂੰ ਸੱਦਾ ਆ ਗਿਆ, ਘਰੋਂ ਸੱਦਾ ਆ ਗਿਆ ਕਿ ਘਰ ਚੱਲ। ਉਸ ਵੇਲੇ ਛੇਤੀ ਕਰਕੇ ਉਹ ਘਰੇ ਚਲੀ ਗਈ। ਲਾਜ ਘੜੀ ਸਿਉ ਟੂਟ ਪੜੀ, ਉੱਠ ਚੱਲੀ ਪਨਹਾਰੀ। ਉਸ ਦੀ ਲਾਜ, ਉਸ ਦੀ ਲੱਜ ਭਾਵ ਰੱਸੀ ਘੜੇ ਸਮੇਤ ਟੁੱਟ ਗਈ। ਜਦੋਂ ਛੱਡ ਕੇ ਘਰ ਨੂੰ ਚਲੀ ਗਈ ਤਾਂ ਉਹ ਖੂਹ ਦੇ ਵਿੱਚ ਡਿੱਗ ਪਈ। ਉਹ ਪਨਹਾਰੀ ਪਾਣੀ ਭਰਨ ਵਾਲੀ ਇਸਤਰੀ ਖਾਲੀ ਹੱਥ ਹੀ ਉੱਠ ਚੱਲੀ ਪਨਹਾਰੀ, ਕਿ ਉਹ ਇਸਤਰੀ ਖਾਲੀ ਹੱਥ ਹੀ ਉੱਠ ਕੇ ਚੱਲ ਪਈ। ਇੱਥੋਂ ਤੱਕ ਦ੍ਰਿਸ਼ਟਾਂਤ ਹੈ। ਹੁਣ ਅੱਗੇ ਦਾ ਦ੍ਰਿਸ਼ਟਾਂਤ ਦੱਸਦੇ ਹਨ ਭਗਤ ਕਬੀਰ ਜੀ। ਕਹਿਣ ਲੱਗੇ, ਪੇਬ ਕੜੈ ਦਿਨ ਚਾਰ ਹੈ, ਸਹੁਰੜੈ ਜਾਣਾ, ਅੰਧਾ ਲੋਕ ਨ ਜਾਣਈ, ਮੂਰਖ ਇਹ ਆਣਾ। ਕਿ ਇਹ ਭਾਈ ਇਸ ਸੰਸਾਰ ਰੂਪੀ ਪੇਬ ਕੜੈ ਪੇਕੇ ਘਰ ਵਿੱਚ ਦਿਨ ਚੰਦ ਰੋਜ਼ ਥੋੜ੍ਹੇ ਦਿਨ ਲਈ ਹੀ ਰਹਿਣਾ ਹੈ, ਭਾਵ 4 ਕੁ ਦਿਨਾਂ ਲਈ ਹੀ ਇੱਥੇ ਆਇਆ ਹੈ। ਸਾਰਿਆਂ ਨੇ ਪਰਲੋਕ ਰੂਪੀ ਸਹੁਰੜੈ ਜਾਣਾ, ਪਰਲੋਕ ਰੂਪੀ ਸਹੁਰੇ ਘਰ ਹੀ ਜਾਣਾ ਹੈ। ਅੰਧਾ ਲੋਕ ਨਾ ਜਾਣਈ, ਕਿ ਅੰਧਾ ਅਗਿਆਨੀ
ਲੋਕ ਜੀਵ ਇਸ ਵਿਚਾਰ ਨੂੰ ਨਹੀਂ ਜਾਣਦਾ ਹੈ। ਇਸੇ ਕਰਕੇ ਮੂਰਖ ਇਆਣਾ, ਇਸੇ ਕਰਕੇ ਸ਼ਾਸਤਰ ਗਿਆਨ ਵੱਲੋਂ ਮੂਰਖ ਬੇਸਮਝ ਅਤੇ ਪਦਾਰਥਾਂ ਵੱਲੋਂ ਇਆਣਾ ਅਣਜਾਣ ਹੈ। ਕਹੋ ਡੱਡੀਆ ਬਾਂਧੈ ਧਨ ਖੜੀ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਇਹ ਜੀਵ ਰੂਪੀ ਧਨ ਖੜੀ, ਜੋ ਧਨ ਇਸਤਰੀ ਨੂੰ ਡੱਡੀਆ ਦੰਡ ਦੇਣ ਵਾਲੇ ਜਮਦੂਤ ਬੰਨ੍ਹ ਕੇ ਖੜਨਗੇ, ਲੈ ਜਾਣਗੇ। ਰਹਾਉ ਕਹਿਣ ਲੱਗੇ ਕਿ ਪਾਹੂ ਘਰ ਆਏ ਮੁਕਲਾਊ ਆਏ। ਹੇ ਭਗਤ ਜੀ, ਕਿਸ ਜੀਵ ਰੂਪੀ ਇਸਤਰੀ ਨੂੰ ਜਮਦੂਤ ਬੰਨ੍ਹ ਕੇ ਲੈ ਜਾਣਗੇ? ਕਹਿਣ ਲੱਗੇ ਜਿਹੜੀ ਜੀਵ ਰੂਪ ਇਸਤਰੀ ਪਾਪਾਂ ਸਕਾਮ ਕਰਮਾਂ ਰੂਪੀ ਡੱਡੀਆ ਸਾੜੀ ਪੋਸ਼ਾਕ ਬੰਨ੍ਹ ਰਹੀ ਹੈ, ਉਸ ਨੂੰ ਖੜਨਗੇ। ਉਸ ਦੇ ਦੇਹ ਰੂਪੀ ਘਰ ਵਿੱਚ ਜਮਦੂਤਾਂ ਰੂਪੀ ਪ੍ਰਾਹੁਣੇ ਆ ਗਏ ਹਨ, ਜੋ ਪਾਹੂ ਪ੍ਰਾਹੁਣੇ ਆ ਗਏ ਹਨ। ਮੁਕਲਾਊ ਆਏ, ਉਹ ਮੁਕਲਾਊ ਮੁਕਾ ਕੇ ਹੀ ਲੈ ਜਾਣ ਵਾਸਤੇ ਆਏ ਹਨ। ਹੇ ਭਗਤ ਜੀ, ਆਪ ਜੀ ਫਿਰ ਦੱਸੋ ਕਿ ਉਹ ਕਿਹੜੀ ਇਸਤਰੀ ਹੈ ਜਿਸ ਨੂੰ ਜਮਦੂਤ ਲੈ ਕੇ ਜਾਣ ਵਾਸਤੇ ਆਏ ਹਨ? ਕਹਿਣ ਲੱਗੇ ਉਹ ਜੇ ਦਿਸੈ ਖੂਹੜੀ ਕੌਣ ਲਾਜ ਬਹਾਰੀ। ਕਹਿਣ ਲੱਗੇ ਉਹ ਜਿਹੜੀ ਸੰਸਾਰ ਰੂਪੀ ਖੂਹੀ ਤੇ ਖੜੀ ਦਿਸ ਰਹੀ ਹੈ। ਇਹ ਭਗਤ ਜੀ, ਸੰਸਾਰ ਰੂਪੀ ਖੂਹੀ ਤੇ ਤਾਂ ਬਹੁਤ ਸਾਰੀਆਂ ਹੀ ਖੜੀਆਂ ਹਨ, ਤੁਸੀਂ ਹੀ ਦੱਸੋ ਕੌਣ ਕਿਹੜੀ ਹੈ? ਕਹਿਣ ਲੱਗੇ ਕੌਣ ਲਾਜ ਬਹਾਰੀ। ਲਾਜ ਬਹਾਰੀ ਜਿਹੜੀ ਆਪਣੀ ਉਮਰਾ ਰੂਪੀ ਲਾਜ ਰੱਸੀ ਨੂੰ ਬਿਹਾ ਰਹੀ ਹੈ, ਕਿ ਵਿਸ਼ਿਆਂ ਪਦਾਰਥਾਂ ਰੂਪੀ ਪਾਣੀ ਵਿੱਚ ਜਿਹੜੀ ਵਗਾ ਰਹੀ ਹੈ। ਲਾਜ ਘੜੀ ਸਿਉ ਟੂਟ ਪੜੀ ਉੱਠ ਚੱਲੀ ਪਨਹਾਰੀ, ਜਿਸ ਦੀ ਦੇਹ ਰੂਪੀ ਘੜੀ ਮੱਗੀ ਕਲਸੀ ਉਮਰ ਰੂਪੀ ਰੱਸੀ ਨਾਲੋਂ ਟੁੱਟ ਪਈ ਹੈ। ਉਹ ਸਕਾਮ ਕਰਮਾਂ ਰੂਪੀ ਕਰਮ ਕਾਂਡਾ ਰੂਪੀ ਪਾਪ ਪੁੰਨ ਰੂਪੀ ਪਨਹਾਰੀ ਪਾਣੀ ਨੂੰ ਭਰਨ ਵਾਲੀ ਜਿੰਦ ਸੰਸਾਰ ਰੂਪੀ ਪੇਕੇ ਘਰ ਤੋਂ ਉੱਠ ਕਰਕੇ ਪਰਲੋਕ ਰੂਪੀ ਸਹੁਰੇ ਘਰ ਵਿੱਚ ਚੱਲ ਪਈ ਹੈ। ਕਹਿਣ ਲੱਗੇ ਹੇ ਭਗਤ ਜੀ, ਫਿਰ ਚੰਗੀ ਕਿਵੇਂ ਹੋ ਸਕਦੀ ਹੈ? ਸਹੁਰੇ ਘਰ ਤਾਂ ਜਾਏਗੀ, ਤਾਂ ਚੰਗੀ ਕਿਵੇਂ ਹੋ ਸਕਦੀ ਹੈ? ਕਹਿਣ ਲੱਗੇ ਸਾਹਿਬ ਹੋਏ ਦਿਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ। ਜੇਕਰ ਸਾਹਿਬ ਮਾਲਕ ਪਰਮੇਸ਼ਰ ਦਿਆਲੂ ਹੋ ਜਾਵੇ ਤੇ ਸਤਿਗੁਰੂ ਸਾਹਿਬ ਜੀ ਵੀ ਕਿਰਪਾ ਦਇਆ ਦ੍ਰਿਸ਼ਟੀ ਕਰਨ, ਤਾਂ ਜੀਵ ਆਪਣਾ ਪਰਮਾਰਥ ਵਾਲਾ ਕਾਰਜ ਕੰਮ ਸਵਾਰ ਲੈਂਦਾ ਹੈ। ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ। ਹੇ ਭਾਈ, ਜੇਕਰ ਸਤਿਗੁਰਾਂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਿਚਾਰਨਾ ਕਰੇ, ਧਾਰਨ ਕਰੇ, ਤਾਂ ਹੀ ਜੀਵ ਰੂਪ ਇਸਤਰੀ ਸੁਹਾਗਣ ਸੁਹਾਗਵੰਤੀ ਪਰਮੇਸ਼ਰ ਦੇ ਆਨੰਦ ਵਾਲੀ ਜਾਣੀ ਦੀ ਹੈ। ਕਿਰਤ ਕੀ ਬਾਂਧੀ ਸਭ ਫਿਰੈ ਦੇਖੋ ਵਿਚਾਰੀ। ਇਹ ਕਿਰਤ ਕਰਮਾਂ ਦੀ ਬੰਨੀ ਸਾਰੀ ਸ੍ਰਿਸ਼ਟੀ ਚੰਗੇ ਮੰਦੇ ਕਰਮਾਂ ਦੀ ਕੈਦਣ ਕੀਤੀ ਹੋਈ ਹੈ, ਕੈਦਣ ਕੀਤੀ ਹੋਈ ਫਿਰਦੀ ਹੈ। ਦੇਖੋ ਵਿਚਾਰੀ, ਇਸ ਗੱਲ ਨੂੰ ਤੁਸੀਂ ਵੇਦਾਂ ਸ਼ਾਸਤਰਾਂ ਦੁਆਰਾ ਵਿਚਾਰ ਕੇ ਦੇਖ ਲੈਣਾ ਕਰੋ ਕਿ ਇਹ ਕਰਮਾਂ ਦੀ ਬੰਨੀ ਸਾਰੀ ਸ੍ਰਿਸ਼ਟੀ ਚੰਗੇ ਮੰਦੇ ਕਰਮਾਂ ਦੀ ਕੈਦਣ ਕੀਤੀ ਹੋਈ ਫਿਰਦੀ ਹੈ। ਇਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ। ਫਿਰ ਇਸ ਅਗਿਆਨ ਜੀਵਾਂ ਨੂੰ ਕੀ ਕਥਨ ਕਰੀਏ, ਕੀ ਆਖਣਾ ਕਰੀਏ? ਇਹ ਜੀਵ ਰੂਪੀ ਇਸਤਰੀ ਵਿਚਾਰੀ ਕੀ ਕਰ ਸਕਦੀ ਹੈ? ਕਿਉਂਕਿ ਅਲਪੱਗ ਪੁਣੇ ਕਰਕੇ ਕਰਮਾਂ ਵਿੱਚ ਬੰਨੀ ਹੋਈ ਹੈ। ਭਈ ਨਿਰਾਸੀ ਉੱਠ ਚੱਲੀ ਚਿੱਤ ਬੰਧ ਨਾ ਧੀਰਾ। ਇਸ ਪ੍ਰਕਾਰ ਸੰਸਾਰ ਵੱਲੋਂ ਨਿਰਾਸ਼ ਹੋ ਕੇ ਜਿੰਦ ਉੱਠ ਕੇ ਚੱਲ ਪੈਂਦੀ ਹੈ, ਕੂਚ ਕਰਕੇ ਚੱਲ ਪੈਂਦੀ ਹੈ, ਤੇ ਕਿਸੇ ਪ੍ਰਕਾਰ ਵੀ ਇਸ ਦਾ ਚਿੱਤ, ਇਸ ਦਾ ਮਨ ਧੀਰਜਤਾ ਵਿੱਚ ਨਹੀਂ,
ਬਜਦਾ ਹਰ ਕੀ ਚਰਨੀ ਲਾਗ ਰਹੋ, ਭਾਜ ਸਾਰਣ ਕਬੀਰਾ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਹੇ ਭਾਈ, ਇਸ ਲਈ ਜੇਕਰ ਮੁਕਤ ਹੋਣਾ ਹੈ ਤਾਂ ਸਦਾ ਹੀ ਪਰਮੇਸ਼ਰ ਦੀ ਚਰਨੀ ਚਰਨਾ ਕਮਲਾਂ ਦੀ ਓਟ ਵਿੱਚ ਲੱਗ ਕੇ ਉਸ ਦਾ ਭਜ ਕੇ ਭਜਨ ਕਰਦੇ ਰਹੋ। ਭਗਤ ਕਬੀਰ ਜੀ ਨੇ ਬੜੇ ਹੀ ਵਿਸਥਾਰ ਨਾਲ ਸਮਝਾਉਣਾ ਕੀਤਾ ਹੈ। ਗੌੜੀ ਅੱਗੇ ਕੌੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਦਾ ਸ਼ਬਦ ਹੈ ਕਿ ਇੱਕ ਵਿਧਵਾ ਮਾਈ ਕੁੰਭ ਦੇ ਮੇਲੇ 'ਤੇ ਗਈ। ਉੱਥੇ ਉਸ ਦੀ ਨਿਉਂਦਾ ਕਰਨ ਵਾਸਤੇ ਰੁਚੀ ਹੋਈ ਕਿ ਕੁੰਭ ਦੇ ਮੇਲੇ 'ਤੇ ਗਈ। ਕੁੰਭ ਦੇ ਮੇਲੇ 'ਤੇ ਜਾ ਕੇ ਉਹਨੇ ਮਨ ਬਣਾਇਆ ਕਿ ਇੱਥੇ ਭੋਜਨ ਛਕਾਵਾਂ ਮੈਂ, ਕਿ ਮੈਂ ਸ੍ਰੇਸ਼ਟ ਸਾਧੂਆਂ ਨੂੰ ਭੋਜਨ ਛਕਾਵਾਂ। ਕੁੰਭ ਦੇ ਮੇਲੇ 'ਤੇ ਜਾ ਕੇ ਇੱਕ ਮਾਈ ਨੇ ਮੇਲੇ 'ਤੇ ਜਾ ਕੇ ਸੋਚਣਾ ਕੀਤਾ। ਉਹ ਸਭ ਤੋਂ ਪਹਿਲਾਂ ਭੋਜਨ ਛਕਾਉਣ ਵਾਸਤੇ ਸੰਨਿਆਸੀਆਂ ਕੋਲ ਗਈ ਅਤੇ ਸੰਨਿਆਸੀਆਂ ਤੋਂ ਪੁੱਛਿਆ ਕਿ ਮਹਾਰਾਜ, ਮੈਂ ਸਭ ਤੋਂ ਉੱਤਮ ਸਾਧੂਆਂ ਨੂੰ ਭੋਜਨ ਛਕਾਉਣਾ ਹੈ, ਤੁਸੀਂ ਦੱਸੋ ਕਿ ਸਭ ਤੋਂ ਸ੍ਰੇਸ਼ਟ ਸਭ ਤੋਂ ਉੱਤਮ ਮਹਾਤਮਾ ਜਨ ਕਿਹੜੇ ਹਨ। ਤਾਂ ਸੰਨਿਆਸੀ ਕਹਿਣ ਲੱਗੇ ਕਿ ਹੇ ਮਾਈ, ਸਾਥੋਂ ਬਗੈਰ ਹੋਰ ਸਭ ਪਖੰਡੀ ਹੀ ਹਨ, ਸਭ ਤੋਂ ਸ੍ਰੇਸ਼ਟ ਸਭ ਤੋਂ ਮਹਾਤਮਾ ਅਸੀਂ ਹੀ ਹਾਂ, ਤੂੰ ਸਾਡਾ ਹੀ ਪੂਜਨ ਕਰ, ਸਾਨੂੰ ਹੀ ਭੋਜਨ ਛਕਾ ਦੇ। ਇਹ ਸੁਣ ਕੇ ਉਹ ਆ ਗਈ ਅਤੇ ਫਿਰ ਜੋਗੀਆਂ ਕੋਲ ਚਲੀ ਗਈ। ਜੋਗੀ ਕਹਿੰਦੇ ਕਿ ਸਾਡਾ ਹੀ ਪੰਥ ਸਭ ਤੋਂ ਉੱਤਮ ਹੈ, ਕਿ ਸਾਨੂੰ ਭੋਜਨ ਛਕਾ ਦੇ। ਇਸ ਤਰ੍ਹਾਂ ਉਸ ਮਾਈ ਨੇ ਵਿਚਾਰਿਆ ਕਿ ਇਹ ਤਾਂ ਆਪਣੇ ਹੀ ਮਤ ਨੂੰ ਵੱਡਾ ਮੰਨਦੇ ਹਨ, ਆਪਣੇ ਆਪ ਨੂੰ ਹੀ ਉੱਤਮ ਸਾਧੂ ਆਖਦੇ ਹਨ। ਫਿਰ ਮੈਂ ਵੀ ਆਪਣੇ ਵਿਧਵਾ ਮਾਈਆਂ ਦੇ ਭੇਖ ਨੂੰ ਹੀ ਭੋਜਨ ਛਕਾਉਂਦੀ ਹਾਂ, ਕਿ ਉੱਥੇ ਜਿੰਨੀਆਂ ਵਿਧਵਾ ਸੀ ਉਹਨਾਂ ਦਾ ਇੱਕ ਪੰਥ ਚੱਲਦਾ ਸੀ ਕਿ ਮੈਂ ਤਾਂ ਉਹ ਵਿਧਵਾ ਸੀ, ਵਿਧਵਾ ਹੋਣ ਕਰਕੇ ਜੋ ਮੇਰੀਆਂ ਭੈਣਾਂ ਹਨ ਵਿਧਵਾ, ਉਹਨਾਂ ਨੂੰ ਭੋਜਨ ਛਕਾਉਂਦੀ ਹਾਂ। ਇਉਂ ਉਸਨੇ ਉੱਥੇ ਕੁੰਭ ਵਿੱਚ ਕੁਝ ਮਾਈਆਂ ਨੂੰ ਇਕੱਠੀਆਂ ਕਰਕੇ ਉਹਨਾਂ ਨੂੰ ਭੋਜਨ ਛਕਾ ਦਿੱਤਾ। ਫਿਰ ਜਦ ਉਹ ਭਗਤ ਕਬੀਰ ਜੀ ਦੇ ਪਾਸ ਆਈ ਤਾਂ ਕਿਹਾ ਕਿ ਮਹਾਰਾਜ, ਸਾਰੇ ਆਪੋ ਆਪਣੇ ਮਤ ਦੀ ਹੀ ਉਸਤਤੀ ਕਰਦੇ ਹਨ ਅਤੇ ਦੂਸਰੇ ਦੀ ਨਿੰਦਿਆ ਕਰਦੇ ਹਨ, ਕਿਰਪਾ ਕਰਕੇ ਤੁਸੀਂ ਦੱਸੋ ਕਿ ਸ੍ਰੇਸ਼ਟ ਕੌਣ ਹੈ। ਤਾਂ ਸੁਣ ਕੇ ਕਬੀਰ ਜੀ ਫਰਮਾਉਂਦੇ ਹਨ, ਕਹਿਣ ਲੱਗੇ, ਜੋਗੀ ਕਹੇ ਜੋਗ ਭਲ ਮੀਠਾ, ਅਵਰ ਨਾ ਦੂਜਾ ਭਾਈ। ਭਗਤ ਜੀ ਕਹਿਣ ਲੱਗੇ, ਜੋਗੀ ਗੋਰਖਨਾਥ ਦੇ ਮੱਤ ਵਾਲੇ ਕਹਿੰਦੇ ਹਨ ਕਿ ਜੋਗ ਮੱਤ ਹੀ ਸਾਰਿਆਂ ਭੇਖਾਂ ਨਾਲੋਂ ਸ੍ਰੇਸ਼ਟ ਅਤੇ ਮਿੱਠਾ ਪਿਆਰਾ ਹੈ। ਇਸ ਕਰਕੇ ਕਹਿੰਦੇ ਹਨ ਕਿ ਹੇ ਭਾਈ, ਹੇ ਭਰਾਵੋ, ਜੋਗ ਤੋਂ ਬਿਨਾਂ ਆਵਰ ਹੋਰ ਕੋਈ ਦੂਸਰਾ ਮੱਤ ਪਰਮਾਰਥ ਦੀ ਪ੍ਰਾਪਤੀ ਦਾ ਨਹੀਂ, ਕਿ ਹੋਰ ਮੱਤ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਅੱਗੇ ਕਹਿਣ ਲੱਗੇ ਭਗਤ ਜੀ, ਰੁੰਡਤ ਮੁੰਡਤ ਏਕੈ ਸਬਦੀ, ਏ ਕਹੇ ਸਿੱਧ ਪਾਈ। ਕਿ ਰੁੰਡਤ ਸਰੇਵੜੇ ਜਿਨ੍ਹਾਂ ਨੇ ਇੰਦਰੀ ਕੱਟ ਦਿੱਤੀ ਹੈ, ਮੁੰਡਤ ਮੁੰਨਿਆ ਹੋਇਆ ਕੈਂਚੀ ਜਾਂ ਉਸਤਰੇ ਨਾਲ ਕੇਸ ਕਟਵਾਉਣ ਵਾਲਾ, ਏਕੈ ਸ਼ਬਦੀ ਇੱਕ ਵੇਰ, ਅਲੱਖ ਸ਼ਬਦ ਕਹਿ ਕੇ ਘਰਾਂ ਤੋਂ ਭਿੱਖਿਆ ਮੰਗਣ ਵਾਲੇ ਫਕੀਰ ਆਦਿਕ ਕਹਿੰਦੇ ਹਨ ਕਿ ਸ਼ਬਦ ਦੀ ਸੁੱਧੀ ਅਸੁੱਧੀ ਤੋਂ ਬਗੈਰ ਗਿਆਨ ਬੋਧ ਨਹੀਂ ਹੁੰਦਾ। ਆਦਿਕ ਇਹ ਸਾਰੇ ਇਉਂ ਕਹਿੰਦੇ ਹਨ ਕਿ ਸਿੱਧ ਪਾਈ, ਕਿ ਅਸਾਂ ਨੇ ਹੀ ਸਿੱਧ ਮੁਕਤੀ ਪਾਉਣਾ ਕੀਤੀ ਹੈ, ਕਿ ਹਰ ਬਿਨ ਭਰਮ ਭੁਲਾਨੇ ਅੰਧਾ, ਹਰ ਬਿਨ ਭਰਮ ਭੁਲਾਨੇ ਅੰਧਾ। ਹੇ ਭਾਈ, ਇੱਕ ਹਰੀ ਦੇ ਭਜਨ ਤੋਂ ਬਗੈਰ ਇਹ ਅੰਧਾ ਅਗਿਆਨੀ ਜੀਵ ਭਰਮ ਭੁਲੇਖੇ ਵਿੱਚ ਹੀ ਭੁੱਲੇ ਫਿਰਦੇ ਹਨ। ਜਾਂ ਪਹਿ ਜਾਓ ਆਪ ਛੁਟਕਾਵਨ,
ते बाधे बहु फंदा रहाओ। भगत जी कहन लगे जिन्हां दे पाहे पास आपा भाव हंकार है, आपा भाव है हंकार है, दे अध्यास जमा दे बंधना तो छटकावन छटकाउण भाव छਡाउण जाइए, ਉਹ ਸਗੋਂ ਆਪ ਹੀ ਬਹੁਤ ਸਾਰੇ ਕਾਮ ਆਦਿਕ ਵਿਕਾਰਾਂ ਦੇ ਬੰਧਨਾਂ ਵਿੱਚ ਬੱਝੇ ਹੋਏ ਹਨ। ਰਹਾਉ ਵਿਸਰਾਮ ਦੇ ਕੇ ਭਗਤ ਜੀ ਕਹਿਣ ਲੱਗੇ ਜਹ ਤੇ ਉਪਜੀ ਤਹੀ ਸਮਾਨੀ, ਏ ਵਿਦ ਬਿਸਰੀ ਤਾਵ ਹੀ, ਪੰਡਤ ਗੁਣੀ ਸੂਰ ਹਮ ਦਾਤੇ, ਇਹ ਕਹੇ ਵੱਡ ਹਮ ਹੀ। ਜਹ ਤੇ ਉਪਜੀ, ਜਹ ਜਿੱਥੇ ਤੋਂ ਜੀਵ ਕਲਾ ਉਪਜੀ ਪੈਦਾ ਹੋਈ ਸੀ, ਤਹੀ ਸਮਾਨੀ ਉੱਥੇ ਹੀ ਇਹ ਸਮਾਉਣੀ ਹੈ। ਇਹ ਵਿਧੀ ਤਦੋਂ ਹੀ ਭੁੱਲਦੀ ਹੈ ਕਿ ਇਹ ਵਿਦ ਬਿਸਰੀ ਤਬ ਹੀ, ਕਿ ਇਹ ਵਿਦ ਤਬ ਹੀ ਬਿਸਰੀ ਭੁੱਲਦੀ ਹੈ ਜਦੋਂ ਇਹ ਜੀਵ ਕਹਿੰਦੇ ਹਨ, ਜਦੋਂ ਇਹ ਜੀਵ ਇਹ ਕਹੇ ਹਮ ਵੱਡ ਹੀ, ਕਿ ਜਦੋਂ ਇਹ ਜੀਵ ਕਹਿੰਦੇ ਹਨ ਕਿ ਹਮ ਅਸੀਂ ਹੀ ਸਭ ਤੋਂ ਵੱਡੇ ਹਾਂ ਅਤੇ ਅਸੀਂ ਹੀ ਪੰਡਤ ਗੁਣੀ ਸੂਰ ਹਮ ਦਾਤੇ, ਕਿ ਪੰਡਤ ਵਿਦਵਾਨ ਗੁਣੀ ਗੁਣਵਾਨ ਸੂਰ ਸੂਰਮੇ ਦਾਤੇ ਦਾਨੀ ਹਾਂ। ਪੰਡਤਾਂ ਕੋਲ ਜਾਈਏ ਤਾਂ ਕਹਿੰਦੇ ਹਨ ਅਸੀਂ ਹੀ ਸਭ ਤੋਂ ਵੱਡੇ ਪੰਡਤ ਵਿਦਵਾਨ ਹਾਂ, ਗਵਈਆਂ ਕੋਲ ਜਾਈਏ ਤਾਂ ਕਹਿੰਦੇ ਹਨ ਕਿ ਅਸੀਂ ਸ੍ਰੇਸ਼ਟ ਗੁਣਵਾਨ ਹਾਂ। ਸਾਰੇ ਵਰਗਾ ਕੋਈ ਕਹਿੰਦੇ ਹਨ ਸਾਡੇ ਵਰਗਾ ਕੋਈ ਗਵਈਆ ਹੀ ਨਹੀਂ ਹੈ। ਜੇਕਰ ਕੋਈ ਚਾਰਕ ਸ਼ਾਸਤਰ ਚਲਾਉਣੇ ਸਿੱਖ ਲਵੇ ਤਾਂ ਕਹਿੰਦੇ ਹਨ ਕਿ ਮੈਂ ਹੀ ਸਭ ਤੋਂ ਵੱਡਾ ਸੂਰਮਾ ਹਾਂ। ਜੇਕਰ ਕੋਈ ਪਾਣੀ ਦੀ ਚੂੜੀ ਪਿਆ ਦੇਵੇ ਤਾਂ ਉਹ ਕਹਿੰਦੇ ਹਨ ਕਿ ਅਸੀਂ ਹੀ ਦਾਤੇ ਦਾਨ ਕਰਨ ਵਾਲੇ ਹਾਂ, ਦਾਨੀ ਹਾਂ। ਇਸ ਪ੍ਰਕਾਰ ਇਹ ਸਾਰੇ ਹੰਕਾਰ ਦੇ ਮਾਰੇ ਹੋਏ ਕਹਿੰਦੇ ਹਨ ਕਿ ਅਸੀਂ ਨਿਸ਼ਚੇ ਕਰਕੇ ਸਭ ਨਾਲੋਂ ਵੱਡੇ ਹਾਂ। ਇਹ ਵਿਦ ਵਿਸਰੀ ਤਬ ਹੀ, ਪੰਡਤ ਗੁਣੀ ਸੂਰ ਹਮ ਦਾਤੇ, ਇਹ ਕਹੇ ਵੱਡ ਹਮ ਹੀ, ਕਿ ਇਹ ਵਿਦ ਵਿਸਰੀ ਜਦੋਂ ਇਹ ਜੋ ਅੰਦਰ ਵਿਧੀ ਹੈ ਕਿ ਮੈਂ ਵਿਦਵਾਨ ਹਾਂ, ਮੈਂ ਜੋਗੀ ਹਾਂ, ਮੈਂ ਸਰੇਵੜਾ ਹਾਂ, ਮੈਂ ਪਰਮਹੰਸ ਹਾਂ, ਮੈਂ ਸੂਰਮਾ ਹਾਂ ਆਦਿਕ ਹੰਗਤਾ ਜਦੋਂ ਵਿਸਰ ਗਈ ਤਦੋਂ ਉਸ ਵੇਲੇ ਜਿਸ ਵਾਹਿਗੁਰੂ ਦੇ ਸਰੂਪ ਤੇ ਗਿਆਨ ਕਰਕੇ ਇਹ ਸੰਸਾਕਾਰ ਬਿਰਤੀ ਪੈਦਾ ਹੋਈ ਸੀ, ਉਸੇ ਜੋਤੀ ਸਰੂਪ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੀ ਹੈ। ਜਿਸੇ ਬੁਝਾਏ ਸੋਈ ਬੂਝੈ, ਬਿਨ ਬੂਝੇ ਕਿਉਂ ਰਹੀਐ, ਕਿ ਜਿਸ ਤਾਈਂ ਪਰਮੇਸ਼ਰ ਗੁਰਾਂ ਦੁਆਰਾ ਤਤ ਪਾਦਾ ਲੱਖ ਅਰਥ ਸਮਝਾ ਦਿੰਦਾ ਹੈ, ਉਹ ਹੀ ਤੋਏ ਪਾਦੇ ਲੱਖ ਅਰਥ ਨੂੰ ਸਮਝਦਾ ਹੈ। ਜਿਸ ਨੂੰ ਗੁਰੂ ਸਾਹਿਬ ਜੀ ਉਪਦੇਸ਼ ਦੁਆਰਾ ਸਮਝਾਉਂਦੇ ਹਨ, ਉਹੀ ਸ਼ਰਾਵਣ ਕਰਕੇ ਸੁਣ ਕੇ ਫਿਰ ਮੰਨਣ ਕਰਦਾ ਹੈ, ਤੇ ਫਿਰ ਅਧਿਆਸਣ ਕਰਕੇ ਤਤ ਤੋਏ ਸੰਬੋਧਨ ਕਰਕੇ ਸਖਿਆਤ ਨੂੰ ਪਰਮੇਸ਼ਰ ਨੂੰ ਸਮਝਦਾ ਹੈ। ਭਗਤ ਜੀ ਕਥਨ ਕਰਦੇ ਹਨ ਕਿ ਸਤਿਗੁਰ ਮਿਲੈ ਅੰਧੇਰਾ ਚੂਕੈ, ਇਨ ਬਿਦ ਮਾਣਕ ਲਹੀਐ। ਜੇਕਰ ਗੁਰੂ ਸਾਹਿਬ ਜੀ ਦੇ ਨਾਲ ਇਹ ਜੀਵ ਮਿਲ ਪਵੇ ਤਾਂ ਜਨਮਾਂ ਜਨਮਾਤਰਾਂ ਦਾ ਅਵਰਨ ਅਗਿਆਨ ਦਾ ਅੰਧੇਰਾ ਹਨੇਰਾ ਚੁੱਕਿਆ ਜਾਂਦਾ ਹੈ। ਈਨ ਵਿਦ ਮਾਣਕ ਲਹੀਐ, ਈਨ ਇਸ ਤਰੀਕੇ ਨਾਲ ਸ਼ਰਾਵਣ ਮੰਨਣ ਦੇ ਨਿਧਿਆਸਣ ਦੁਆਰਾ ਸਾਰਿਆਂ ਦਾ ਆਤਮਾ ਰੂਪੀ ਰਤਨ ਰੂਪ ਪਰਮੇਸ਼ਰ ਪ੍ਰਾਪਤ ਕਰ ਲੈਂਦਾ ਹੈ। ਤਾਜ ਬਾਬੇ ਦਾਹਨੇ ਬੇਕਾਰਾ, ਹਰ ਪਦ ਦ੍ਰਿੜ ਕਰ ਰਹੀ ਹੈ। ਤਾਜ ਬਾਵੇ ਦਾਹਨੇ ਬਿਕਾਰਾ, ਹਰ ਪਦ ਦ੍ਰਿੜ ਕਰ ਰਹੀ ਹੈ। ਹੇ ਭਾਈ, ਬਾਵੇ ਦਾਹਨੇ ਖੱਬੇ ਸੱਜੇ ਬਿਕਾਰਾਂ ਕਾਮ ਆਦਿਕ ਨੂੰ ਛੱਡਣਾ ਕਰ। ਤਾਜ ਬਾਵੇ ਦਾਹਨੇ ਬਿਕਾਰਾ, ਕਿ ਹੇ ਭਾਈ ਦਾਹਨੇ
ਬਾਵੇ ਕਿ ਖੱਬੇ ਤੇ ਸੱਜੇ ਜੋ ਵਿਕਾਰ ਹਨ ਕਾਮ ਆਦਿਕ ਹਨ ਉਹਨਾਂ ਨੂੰ ਛੱਡਣਾ ਕਰ। ਜੋ ਤੂੰ ਕਹਿੰਦਾ ਹੈ ਕਿ ਕਦੇ ਮੇਰੀ ਖੱਬੀ ਅੱਖ ਫਰਕਦੀ ਹੈ, ਕਦੇ ਦਾਹਨੇ ਸੱਜਾ ਕੰਨ ਫਰਕਦਾ ਆਦਿਕ, ਇਸ ਭਰਮ ਨੂੰ ਛੱਡਣਾ ਕਰ। ਬਾਵੇ ਦੀ ਨਿਆਈ ਪਾਪ ਦਾਹਨੇ ਦੀ ਨਿਆਈ, ਪੁੰਨ ਭਾਵ ਖੱਬੇ ਸੱਜੇ ਪਾਪ ਪੁੰਨਾ ਦੋਹਾਂ ਦਾ ਅਧਿਆਸ ਛੱਡਣਾ ਕਰ। ਕਿਉਂਕਿ ਜਿਹੜੇ ਪੁੰਨ ਹਨ ਇਹ ਸੋਨੇ ਦੀ ਵੇੜੀ ਹਨ ਤੇ ਜੇ ਪਾਪ ਹਨ ਇਹ ਲੋਹੇ ਦੀ ਵੇੜੀ ਹਨ। ਦੋਨਾਂ ਵਿੱਚ ਇੱਕ ਰੂਪ ਹੀ ਬੰਧਨ ਹਨ, ਚਾਹੇ ਲੋਹੇ ਦੀ ਵੇੜੀ ਲੱਗ ਜਾਏ ਚਾਹੇ ਸੋਨੇ ਦੀ। ਇਸ ਕਰਕੇ ਇਹਨਾਂ ਨੂੰ ਛੱਡ ਕੇ ਪਰਮੇਸ਼ਰ ਦੀ ਪਦਵੀ ਜੋ ਆਤਮਾਨੰਦ ਦੀ ਪ੍ਰਾਪਤੀ ਹੈ, ਪਰਮੇਸ਼ਰ ਦੇ ਚਰਨ ਕਮਲਾਂ ਨੂੰ ਹਿਰਦੇ ਵਿੱਚ, ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਇਸਤਤ ਕਰਕੇ ਰਹਿਣਾ ਕਰੀਏ, ਫੇਰ ਆਨੰਦ ਪ੍ਰਾਪਤ ਹੋਏਗਾ, ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋਣਗੀਆਂ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਜਦੋਂ ਅੰਦਰ ਆਨੰਦ ਪ੍ਰਾਪਤ ਹੋ ਗਿਆ, ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਜਿਸ ਪ੍ਰਕਾਰ ਇੱਕ ਗੂੰਗੇ ਇੱਕ ਬੋਲਣ ਤੋਂ ਅਸਮਰੱਥ ਆਦਮੀ ਨੇ ਗੁੜ ਨੂੰ ਖਾ ਲਿਆ ਹੋਵੇ ਤੇ ਫਿਰ ਉਸ ਨੂੰ ਗੁੜ ਦੀ ਮਿਠਾਸ ਬਾਰੇ ਪੁੱਛੀਏ ਤਾਂ ਉਹ ਕਿਆ ਕਹੀਏ, ਕੀ ਕਹੇਗਾ। ਇਸੇ ਪ੍ਰਕਾਰ ਜੋ ਪਰਮੇਸ਼ਰ ਦਾ ਆਨੰਦ ਹੈ ਉਹ ਰਸਨਾ ਕਰਕੇ ਦੱਸਿਆ ਨਹੀਂ ਜਾ ਸਕਦਾ। ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੈ ਉਹ ਸਵੈ ਅਨੁਭਵ ਕਰਕੇ ਹੀ ਜਾਣਦੇ ਹਨ ਤੇ ਉਹਨਾਂ ਨੂੰ ਹੀ ਪਤਾ ਹੈ ਕਿੰਨਾ ਉਸ ਪਰਮੇਸ਼ਰ ਦੇ ਨਾਮ ਦਾ ਆਨੰਦ ਹੈ, ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਹੈ, ਉਹੀ ਜਾਣਦੇ ਹਨ। ਨਹੀਂ ਜੈਸੇ ਗੂੰਗਾ ਗੁੜ ਖਾ ਕੇ ਖੁਸ਼ ਹੋ ਕੇ ਤਾਂ ਦੱਸ ਸਕਦਾ ਹੈ, ਖੁਸ਼ੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ, ਪਰ ਉਹ ਬੋਲ ਕੇ ਨਹੀਂ ਦੱਸ ਸਕਦਾ। ਜਿਹੜੇ ਪਰਮੇਸ਼ਰ ਦੇ ਨਾਲ ਇੱਕ ਮਿੱਕ ਹੋਏ ਹਨ ਉਹਨਾਂ ਦੇ ਚਿਹਰੇ ਤੋਂ ਪਤਾ ਲੱਗਦਾ ਹੈ, ਉਹਨਾਂ ਦੇ ਲੱਛਣਾਂ ਤੋਂ ਪਤਾ ਲੱਗਦਾ ਹੈ, ਉਹਨਾਂ ਦੇ ਜਿਹੜੇ ਵਿਕਾਰ ਹੁੰਦੇ ਹਨ ਉਹ ਬਦਲ ਜਾਂਦੇ ਹਨ। ਤਾਂ ਉੱਥੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੱਸਿਆ ਨਹੀਂ ਜਾ ਸਕਦਾ ਕਿ ਆਨੰਦ ਦੀ ਜੋ ਆਨੰਦ ਹੈ, ਆਨੰਦ ਦਾ ਰਸ ਕਿੰਨਾ ਹੈ। ਉਹ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ ਕਿ ਇਸ ਕੋਲੇ ਪਰਮੇਸ਼ਰ ਦੀ ਕੋਈ ਨਾਮ ਦੇ ਰਸ ਦੀ ਇੱਕ ਕਣੀ ਵਰਸੀ ਹੈ ਕਿ ਜੋ ਇਹਨੇ ਲੱਛਣ ਬਦਲੇ ਹਨ ਕਿ ਇਸ ਤੇ ਖੁਸ਼ੀਆਂ ਆਈਆਂ ਹਨ। ਖੁਸ਼ੀਆਂ ਤੋਂ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਭਗਤ ਜੀ ਨੇ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੋਈਆਂ ਭੁੱਲਾਂ ਦੀ ਖਿਮਾ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸਾਂ ਬੇਨਤੀਆਂ ਕਰੀਏ, ਮਹਾਰਾਜ ਕਿਰਪਾ ਕਰਨ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ। ਚੱਲਿਆ ਹੋਇਆ ਕਦਮ ਲੇਖੇ